ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਸੋਇਲ ਐਂਡ ਫਾਊਂਡੇਸ਼ਨ ਇੰਜੀਨੀਅਰਿੰਗ ਦਾ ਚੈਪਟਰ ਹੈਗਾ ਅਫੈਕਟਿਵ ਸਟ੍ਰੈਸ, ਉਹਨੂੰ ਡਿਸਕਸ ਕਰਨ ਜਾ ਰਹੇ ਹਾਂ। ਠੀਕ ਹੈ, ਸ਼ੁਰੂ ਤੋਂ ਮੈਂ ਸਟਾਰਟ ਕਰਨ ਲੱਗਾ। ਸਭ ਤੋਂ ਪਹਿਲਾਂ ਹੈਗਾ ਸਟ੍ਰੈਸਿਸ ਇਨ ਸਬ ਸੋਇਲ। ਉਹ ਕੀ ਹੁੰਦਾ? ਦ ਫੋਰਸਿਸ ਡਿਵੈਲਪਡ ਇਨ ਸਬ ਸੋਇਲ ਬਿਟਵੀਨ ਸੋਇਲ ਪਾਰਟੀਕਲਸ ਐਟ ਦੇਅਰ ਪੁਆਇੰਟ ਆਫ ਕੰਟੈਕਟ ਪਰ ਯੂਨਿਟ ਕੰਟੈਕਟ ਏਰੀਆ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਸਬ ਸੋਇਲ ਸਟ੍ਰੈਸਿਸ। ਜਿਹੜੇ ਸਬ ਪਾਰਟੀਕਲਸ ਜਿਹੜੇ ਦ ਫੋਰਸਿਸ ਡਿਵੈਲਪਡ ਇਨ ਦਾ ਸਬ ਸੋਇਲ ਦੇ ਵਿੱਚ ਜਿਹੜੇ ਫੋਰਸਿਸ ਡਿਵੈਲਪ ਹੁੰਦੇ ਆ ਸੋਇਲ ਪਾਰਟੀਕਲਸ ਤੇ ਜਿਹੜਾ ਕੰਟੈਕਟ ਹੁੰਦਾ ਆਪਸ ਦੇ ਵਿੱਚ, ਅਤੇ ਉਹਨਾਂ ਦਾ ਜਿਹੜਾ ਕੰਟੈਕਟ ਏਰੀਆ ਹੈ ਉਹਨੂੰ ਆਪਾਂ ਸਬ ਸੋਇਲ ਸਟ੍ਰੈਸਿਸ ਕਿਹਾ ਜਾਂਦਾ ਹੈ। ਠੀਕ ਹੈ, ਦ ਸਟ੍ਰੈਸਿਸ ਵਿਚ ਡਿਵੈਲਪਡ ਇਨ ਸਬ ਸੋਇਲ ਬਿਲੋ ਵਾਟਰ ਟੇਬਲ, ਇੱਕ ਵਾਟਰ ਟੇਬਲ ਦੇ ਥੱਲੇ ਜਿਹੜੇ ਸਟ੍ਰੈਸਿਸ ਹੁੰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਆ ਅਫੈਕਟਿਵ ਸਟ੍ਰੈਸ ਅਤੇ ਨਿਊਟਰਲ ਸਟ੍ਰੈਸ। ਮਤਲਬ ਟੋਟਲ 3 ਤਰ੍ਹਾਂ ਦੇ ਸਟ੍ਰੈਸਿਸ ਹੋ ਗਏ। ਇੱਕ ਹੋ ਗਿਆ ਤੁਹਾਡੇ ਕੋਲ ਅਫੈਕਟਿਵ ਟੋਟਲ ਸਟ੍ਰੈਸ, ਸੈਕਿੰਡ ਇਜ਼ ਅਫੈਕਟਿਵ ਸਟ੍ਰੈਸ, ਅਤੇ ਥਰਡ ਕਿਹੜਾ ਹੋ ਗਿਆ? ਨਿਊਟਰਲ ਸਟ੍ਰੈਸ। ਇਹਦੇ 'ਤੇ ਬੇਟਾ ਆਪਾਂ ਨੂਮੈਰੀਕਲਸ ਵੀ ਅੱਗੇ ਕਰਨੇ ਹੈਗੇ। ਫਿਰ ਉਸ ਤੋਂ ਬਾਅਦ ਆ ਗਈ ਡੈਫੀਨੇਸ਼ਨਸ ਤਿੰਨਾਂ ਦੀ, ਟੋਟਲ ਦੀ, ਅਫੈਕਟਿਵ ਦੀ ਅਤੇ ਨਿਊਟਰਲ ਦੀ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਟੋਟਲ ਸਟ੍ਰੈਸ। ਇਟ ਇਜ਼ ਡਿਫਾਈਨਡ ਐਜ਼ ਦਾ ਟੋਟਲ ਲੋਡ, ਜਿੰਨਾ ਲੋਡ ਹੈ ਐਕਟਿੰਗ ਔਨ ਦਾ ਸੋਇਲ ਮਾਸ ਪਰ ਯੂਨਿਟ ਏਰੀਆ। ਮਤਲਬ ਜਿਹੜਾ ਸੋਇਲ ਮਾਸ ਹੈ ਉਹਦੇ ਉੱਤੇ ਜਿੰਨਾ ਲੋਡ ਪੈ ਰਿਹਾ ਉਹਨੂੰ ਆਪਾਂ ਟੋਟਲ ਸਟ੍ਰੈਸ ਕਹਿੰਦੇ ਹਾਂ। ਇਹਨੂੰ ਆਪਾਂ ਡਿਨੋਟ ਕਰਦੇ ਹਾਂ ਸਿਗਮਾ ਦੇ ਨਾਲ। ਇਟ ਇਜ਼ ਡਿਨੋਟਡ ਬਾਈ ਸਿਗਮਾ, ਅਤੇ ਮੈਥੇਮੈਟੀਕਲੀ ਇਹਨੂੰ ਆਪਾਂ ਲਿਖਦੇ ਸਿਗਮਾ ਇਕੁਅਲ ਟੂ ਪੀ ਅਪੋਨ ਏ। ਪੀ ਕੀ ਹੈ? ਟੋਟਲ ਲੋਡ ਔਨ ਸੋਇਲ ਮਾਸ ਇਨਕਲੂਡਿੰਗ ਇਟਸ ਸੈਲਫ ਵੇਟ ਅਪੋਨ ਏ। ਏ ਕੀ ਹੈ? ਕ੍ਰੋਸ ਸੈਕਸ਼ਨਲ ਏਰੀਆ, ਜਿੰਨੇ ਏਰੀਆ 'ਤੇ ਸਟ੍ਰੈਸ ਪੈ ਰਿਹਾ ਇਹਨੂੰ ਆਪਾਂ ਟੋਟਲ ਸਟ੍ਰੈਸ ਕਹਿੰਦੇ ਹਾਂ। ਫਿਰ ਆ ਜਾਂਦਾ ਹੈ ਜੀ ਅਫੈਕਟਿਵ ਸਟ੍ਰੈਸ। ਦ ਸਟ੍ਰੈਸਿਸ ਟ੍ਰਾਂਸਮਿਟਡ ਫਰੋਮ ਪਾਰਟੀਕਲ ਟੂ ਪਾਰਟੀਕਲ ਆਫ ਸੋਇਲ ਮਾਸ ਥਰੂ ਦੇਅਰ ਪੁਆਇੰਟ ਆਫ ਕੰਟੈਕਟ। ਦ ਸਟ੍ਰੈਸਿਸ ਟ੍ਰਾਂਸਮਿਟਡ ਫਰੋਮ ਪਾਰਟੀਕਲ ਟੂ ਪਾਰਟੀਕਲ, ਜਿਹੜਾ ਇੱਕ ਪਾਰਟੀਕਲ ਤੋਂ ਦੂਸਰੇ ਪਾਰਟੀਕਲ ਨੂੰ ਟ੍ਰਾਂਸਮਿਟ ਹੁੰਦਾ ਆਫ ਸੋਇਲ ਮਾਸ ਥਰੂ ਦੇਅਰ ਪੁਆਇੰਟ ਆਫ ਕੰਟੈਕਟ ਆਰ ਟਰਮਡ ਐਜ਼, ਉਹਨੂੰ ਆਪਾਂ ਕੀ ਕਹਿੰਦੇ ਹਾਂ? ਅਫੈਕਟਿਵ ਸਟ੍ਰੈਸ। ਔਰ ਇਹਨੂੰ ਆਪਾਂ ਇੰਟਰ ਗ੍ਰੈਨੂਲਰ ਸਟ੍ਰੈਸਿਸ ਵੀ ਕਹਿੰਦੇ ਹਾਂ। ਇਟ ਇਜ਼ ਡਿਨੋਟਡ ਬਾਈ ਸਿਗਮਾ ਡੈਸ਼, ਇਹਨੂੰ ਆਪਾਂ ਸਿਗਮਾ ਡੈਸ਼ ਤੋਂ ਡਿਨੋਟ ਕਰਦੇ ਹਾਂ। ਦ ਅਫੈਕਟਿਵ ਸਟ੍ਰੈਸ ਸਿਗਮਾ ਡੈਸ਼ ਐਟ ਐਨੀ ਪੁਆਇੰਟ ਇਨ ਦ ਸੋਇਲ ਮਾਸ ਇਜ਼ ਇਕੁਅਲ ਟੂ ਟੋਟਲ ਸਟ੍ਰੈਸ ਮਾਈਨਸ ਦਾ ਪੋਰ ਵਾਟਰ ਪ੍ਰੈਸ਼ਰ। ਮੈਥੇਮੈਟੀਕਲੀ ਇਹਨੂੰ ਜੇ ਆਪਾਂ ਕੱਢਣਾ ਹੋਵੇ ਸਿਗਮਾ ਡੈਸ਼ ਨੂੰ, ਮਤਲਬ ਜਿਹੜਾ ਅਫੈਕਟਿਵ ਸਟ੍ਰੈਸ ਹੈ ਇਹਦਾ ਫਾਰਮੂਲਾ ਹੁੰਦਾ ਸਿਗਮਾ ਕੀ ਹੈ? ਟੋਟਲ ਸਟ੍ਰੈਸ ਮਾਈਨਸ ਯੂ ਕੀ ਹੈ? ਪੋਰ ਵਾਟਰ ਪ੍ਰੈਸ਼ਰ। ਇਹਦੇ 'ਚੋਂ ਜਦ ਆਪਾਂ ਮਾਈਨਸ ਕਰਦੇ ਹਾਂ ਤਾਂ ਸਾਡੇ ਕੋਲ ਅਫੈਕਟਿਵ ਸਟ੍ਰੈਸ ਆ ਜਾਂਦਾ ਹੈ। ਠੀਕ ਹੈ ਜੀ। ਉਹਦੇ ਤੋਂ ਬਾਅਦ ਆਉਂਦਾ ਤੁਹਾਡੇ ਕੋਲ ਨਿਊਟਰਲ ਸਟ੍ਰੈਸ। ਦ ਸਟ੍ਰੈਸ ਇੰਡਿਊਸਡ ਡਿਊ ਟੂ ਫਿਲਿੰਗ ਆਫ ਪੋਰ ਵਾਟਰ ਇਨ ਦਾ ਵੋਇਡਸ ਆਫ ਸੋਇਲ ਮਾਸ। ਜਿਹੜਾ ਸੋਇਲ ਮਾਸ ਹੁੰਦਾ ਨਾ ਉਹਦੇ ਵਿੱਚ ਏਅਰ ਵੋਇਡਸ ਹੁੰਦੇ ਆ। ਠੀਕ ਹੈ, ਜਦ ਉਹਦੇ ਵਿੱਚ ਪਾਣੀ ਫਿਲ ਹੋ ਜਾਂਦਾ ਆ ਉਹਦੇ ਤੋਂ ਬਾਅਦ ਜਿਹੜਾ ਸਟ੍ਰੈਸ ਹੁੰਦਾ ਹੈ ਉਹਨੂੰ ਆਪਾਂ ਨਿਊਟਰਲ ਸਟ੍ਰੈਸ ਕਹਿੰਦੇ ਹਾਂ। ਠੀਕ ਹੈ, ਫਿਰ ਮੈਂ ਦੁਬਾਰਾ ਰਿਪੀਟ ਕਰਨ ਲੱਗਾ। ਦ ਸਟ੍ਰੈਸ ਇੰਡਿਊਸਡ ਡਿਊ ਟੂ ਫਿਲਿੰਗ ਆਫ ਪੋਰ ਵਾਟਰ, ਜਿਹੜਾ ਪੋਰ ਵਾਟਰ ਹੈ ਉਹਦੀ ਫਿਲਿੰਗ ਦੇ ਕਰਕੇ ਇਨ ਦਾ ਵੋਇਡਸ ਆਫ ਸੋਇਲ ਮਾਸ which tries to separate out the soil grains is termed as neutral stress, ਉਹਨੂੰ ਆਪਾਂ neutral stress ਕਹਿੰਦੇ ਹਾਂ। it is also known as pore water pressure, ਇਹਨੂੰ ਆਪਾਂ pore water pressure ਵੀ ਕਹਿੰਦੇ ਹਾਂ। it is denoted by U and is given by mu equal to gamma sigma into H। ਠੀਕ ਹੈ ਜੀ, ਆ ਹੋ ਗਿਆ ਯੂਨਿਟ ਵਾਟਰ ਗਾਮਾ ਕਹਿੰਦੇ ਇਹਨੂੰ ਗਾਮਾ ਯੂਨਿਟ ਵਾਟਰ, ਯੂਨਿਟ ਵੇਟ ਆਫ ਵਾਟਰ, ਇਹਨੂੰ ਆਪਾਂ ਕਹਿੰਦੇ ਯੂਨਿਟ ਵੇਟ ਆਫ ਵਾਟਰ। ਔਰ ਐਚ ਕੀ ਹੈ? ਹਾਈਟ ਆਫ ਸੈਚੂਰੇਟਡ ਸੋਇਲ ਮਾਸ। ਠੀਕ ਹੈ, ਇਹ ਹੋ ਗਿਆ ਤੁਹਾਡੇ ਕੋਲ ਨਿਊਟਰਲ ਸਟ੍ਰੈਸ। ਉਸ ਤੋਂ ਬਾਅਦ ਆ ਗਿਆ ਜੀ ਇੰਪੋਰਟੈਂਸ ਆਫ ਅਫੈਕਟਿਵ ਸਟ੍ਰੈਸ ਇਨ ਇੰਜੀਨੀਅਰਿੰਗ ਪ੍ਰੋਬਲਮ। ਠੀਕ ਹੈ, ਇੰਪੋਰਟੈਂਸ ਕੀ ਹੈ ਅਫੈਕਟਿਵ ਸਟ੍ਰੈਸ ਦੀ ਇੰਜੀਨੀਅਰਿੰਗ ਪ੍ਰੋਬਲਮ ਦੇ ਵਿੱਚ? The affective stress is one of the most important properties of soil. It has a vital role in important engineering properties of soil like compression, shear strength and permeability. ठीक है, first point है as the affective कादे लिए ये effective है as the affective stress in any soil increases the compression of soil takes place. This results in the settlement of structures built on such soils.
ठीक है। सेकेंड है shear strength of soil also depend upon its effective stress. As the effective stress is changed, the shear strength changes. Third हैगा as the void ratio changes with change in effective stress, the permeability of soil also depend on its effective stress. ਇਹ ਸੀਗੇ ਜੀ ਇੰਪੋਰਟੈਂਸ ਇਫੈਕਟਿਵ ਸਟ੍ਰੈਸ ਦੀ ਇਨ ਇੰਜੀਨੀਅਰਿੰਗ ਪ੍ਰੋਬਲਮ। ਠੀਕ ਹੈ, ਹੁਣ ਅਸੀਂ ਕਰਨਾ ਨੂਮੈਰੀਕਲ ਜਿਹੜਾ ਕਿ ਬਹੁਤ ਇੰਪੋਰਟੈਂਟ ਸੌਰੀ। ਹੁਣ ਦੇਖੋ ਜੀ ਆਹ ਡਾਇਗਰਾਮ ਤੁਹਾਨੂੰ ਦਿੱਤੀ ਹੋਏਗੀ ਔਰ ਆਹ ਨੂਮੈਰੀਕਲ ਹੈ। ਅ ਸੈਂਡ ਡਿਪੋਜ਼ਿਟ ਇਜ਼ 8 ਮੀਟਰ ਥਿਕ। ਆ ਜਿਹੜਾ ਸੈਂਡ ਡਿਪੋਜ਼ਿਟ ਹੈ ਉਹ 8 ਮੀਟਰ ਥਿਕ ਹੈ ਐਂਡ ਓਵਰਲਾਈਜ਼ ਅ ਬੈਡ ਆਫ ਸੌਫਟ ਕਲੇ। ਆਹ ਕਲੇ ਹੈ ਥੱਲੇ, ਇਹਦੇ ਉੱਤੇ ਆਹ 8 ਮੀਟਰ ਦਾ ਇੱਕ ਸੈਂਡ ਡਿਪੋਜ਼ਿਟ ਹੈ। ਦ ਗਰਾਊਂਡ ਵਾਟਰ ਟੇਬਲ ਇਜ਼ 2 ਮੀਟਰ ਬਿਲੋ ਦ ਗਰਾਊਂਡ ਸਰਫੇਸ ਐਜ਼ ਸ਼ੋਨ। ਕਹਿੰਦੇ ਜਿਹੜਾ ਗਰਾਊਂਡ ਵਾਟਰ ਟੇਬਲ ਹੈ 2 ਮੀਟਰ ਬਿਲੋ ਹੈ। ਆ ਦੇਖੋ ਆ ਇੱਥੋਂ 2 ਮੀਟਰ ਥੱਲੇ ਇੱਥੋਂ ਤੁਹਾਡਾ ਵਾਟਰ ਟੇਬਲ ਸ਼ੁਰੂ ਹੁੰਦਾ ਹੈ। ਦ ਬਲਕ ਯੂਨਿਟ ਵੇਟ ਆਫ ਸੈਂਡੀ ਸੋਇਲ ਅਬਵ ਵਾਟਰ ਟੇਬਲ ਇਜ਼ 1750 kg ਪਰ ਮੀਟਰ ਕਿਊਬ। ਜਿਹੜਾ ਬਲਕ ਯੂਨਿਟ ਵੇਟ ਹੈਗਾ ਆ ਉਹ ਹੈਗਾ 1750 kg ਪਰ ਮੀਟਰ ਕਿਊਬ ਅਬਵ ਵਾਟਰ ਟੇਬਲ। ਠੀਕ ਹੈ, ਉਸ ਤੋਂ ਬਾਅਦ ਕੈਲਕੂਲੇਟ ਦੈਟ ਵੈਲਿਊ ਆਫ ਟੋਟਲ ਸਟ੍ਰੈਸ, ਇਫੈਕਟਿਵ ਸਟ੍ਰੈਸ ਐਂਡ ਪੋਰ ਵਾਟਰ ਪ੍ਰੈਸ਼ਰ ਐਟ ਏ ਬੀ ਤੇ ਕੱਢਣੀ ਹੈ ਤੇ ਸੀ ਤੇ। ਠੀਕ ਹੈ, ਔਰ ਪਲਾਟ ਕਰਨਾ ਇਫੈਕਟਿਵ ਸਟ੍ਰੈਸ ਦਾ ਡਾਇਗਰਾਮ। ਟੇਕ ਸੈਚੂਰੇਟਡ ਯੂਨਿਟ ਵੇਟ ਆਫ ਸੋਇਲ ਐਜ਼ 2000 kg ਪਰ ਮੀਟਰ ਕਿਊਬ। ਤੇ ਜਿਹੜਾ ਥੱਲੇ ਸੈਚੂਰੇਟਡ ਯੂਨਿਟ ਵੇਟ ਹੈਗਾ ਉਹ ਹੈਗਾ 2000 kg ਪਰ ਮੀਟਰ ਕਿਊਬ। ਇਹ ਹੈਗਾ ਤੁਹਾਡੇ ਕੋਲ ਨੂਮੈਰੀਕਲ। ਹੁਣ ਆਪਾਂ ਇਹਦਾ ਸੋਲਿਊਸ਼ਨ ਕੱਢਣਾ ਜੀ। ਸਭ ਤੋਂ ਪਹਿਲਾਂ ਐਟ ਏ ਆ ਦੇਖੋ ਜੀ ਏ ਤੇ ਟੋਟਲ ਸਟ੍ਰੈਸ ਕੀ ਹੋਏਗਾ। ਹੁਣ ਦੇਖੋ ਏ ਦੇ ਉੱਤੇ ਕੋਈ ਸਟ੍ਰੈਸ ਨਹੀਂ ਪੈ ਰਿਹਾ, ਇਟ ਮੀਨਸ ਟੋਟਲ ਸਟ੍ਰੈਸ 0। ਇਫੈਕਟਿਵ ਸਟ੍ਰੈਸ ਜਿਹੜਾ ਹੈਗਾ ਉਹ ਵੀ 0 ਤੇ ਪੋਰ ਵਾਟਰ ਪ੍ਰੈਸ਼ਰ ਉਹ ਵੀ ਆਟੋਮੈਟਿਕਲੀ 0 ਹੋ ਜਾਏਗਾ ਕਿਉਂਕਿ ਉਹ ਵਾਟਰ ਟੇਬਲ ਦੇ ਉੱਪਰ ਹੈ। ਏ ਤੇ ਤਿੰਨੋਂ ਚੀਜ਼ਾਂ ਹੋ ਗਈਆਂ 0। ਉਸ ਤੋਂ ਬਾਅਦ ਆ ਗਿਆ ਜੀ ਐਟ ਬੀ ਤੇ ਦੇਖੋ ਜੀ ਟੋਟਲ ਸਟ੍ਰੈਸ ਸਿਗਮਾ ਇਜ਼ ਇਕੁਅਲ ਟੂ 1750 ਇੰਟੂ 2, ਇਹ ਆ ਗਿਆ 3500 ਟੋਟਲ ਸਟ੍ਰੈਸ। ਪੋਰ ਵਾਟਰ ਪ੍ਰੈਸ਼ਰ ਇਹ ਹੈਗਾ 0, U ਇਕੁਅਲ ਟੂ 0। ਕਿਉਂਕਿ ਇਹ ਜਿਹੜਾ ਬੀ ਤੇ ਵਾਟਰ ਟੇਬਲ ਥੱਲੇ ਹੈ, ਬੀ ਤੋਂ ਵਾਟਰ ਟੇਬਲ ਥੱਲੇ ਹੈ, ਉੱਪਰ ਨਹੀਂ ਹੈਗਾ। ਫਿਰ ਆ ਗਿਆ ਜੀ ਇਫੈਕਟਿਵ ਸਟ੍ਰੈਸ। ਇਫੈਕਟਿਵ ਸਟ੍ਰੈਸ ਦਾ ਫਾਰਮੂਲਾ ਮੈਂ ਤੁਹਾਨੂੰ ਦੱਸਿਆ ਸੀਗਾ ਸਿਗਮਾ ਮਾਈਨਸ U। ਇਹ ਆ ਗਿਆ ਤੁਹਾਡੇ ਕੋਲ ਸਿਗਮਾ ਕਿੰਨਾ 3500, U ਕਿੰਨਾ 0। ਇਹ ਆ ਗਿਆ 3500 kg ਪਰ ਮੀਟਰ ਸਕੁਅਰ। ਠੀਕ ਹੈ, ਇਹ ਤੁਹਾਡੇ ਕੋਲ ਬੀ ਤੇ ਇਫੈਕਟਿਵ ਸਟ੍ਰੈਸ ਆ ਗਿਆ। ਹੁਣ ਆ ਗਿਆ ਸੀ। ਹੁਣ ਸੀ ਤੇ ਸਾਰਾ ਕੁਝ ਹੈਗਾ। ਟੋਟਲ ਸਟ੍ਰੈਸ ਇਜ਼ ਇਕੁਅਲ ਟੂ ਟੋਟਲ ਸਟ੍ਰੈਸ ਕਿੰਨਾ ਹੋਏਗਾ, ਪਹਿਲਾਂ ਆ ਜਾਏਗਾ 1750 ਇੰਟੂ 2 ਪਲੱਸ 6 ਆ 8 ਸੀਗਾ ਨਾ, 8 ਚੋਂ 2 ਮਾਈਨਸ ਹੋ ਗਿਆ 6 ਬਚ ਗਿਆ ਇੰਨੀ ਜਗ੍ਹਾ ਦਾ। 6 ਇੰਟੂ 2000 ਇਹ ਆ ਗਿਆ ਤੁਹਾਡੇ ਕੋਲ 15500 kg ਪਰ ਮੀਟਰ ਸਕੁਅਰ। ਪੋਰ ਵਾਟਰ ਪ੍ਰੈਸ਼ਰ ਹੁਣ ਆਪਾਂ ਆ ਗਏ ਵਾਟਰ ਟੇਬਲ ਦੇ ਥੱਲੇ। ਇਹ ਕਿੰਨਾ ਹੈਗਾ, ਇਹ ਕਿੰਨਾ 6 ਇੰਟੂ 1000 ਜਿਹੜਾ ਹੈ ਯੂਨਿਟ ਵੇਟ ਆਫ ਵਾਟਰ, ਇਹ ਸਟੈਂਡਰਡ ਵੈਲਿਊ ਹੈ। ਇਹ ਆ ਗਿਆ 6000 kg ਪਰ ਮੀਟਰ ਸਕੁਅਰ। ਫਿਰ ਉਸ ਤੋਂ ਬਾਅਦ ਆ ਗਿਆ ਜੀ ਇਫੈਕਟਿਵ ਸਟ੍ਰੈਸ। ਇਫੈਕਟਿਵ ਸਟ੍ਰੈਸ ਕਿੰਨਾ ਹੋਏਗਾ, ਟੋਟਲ ਸਟ੍ਰੈਸ ਮਾਈਨਸ ਪੋਰ ਪ੍ਰੈਸ਼ਰ। ਟੋਟਲ ਸਟ੍ਰੈਸ ਕਿੰਨਾ ਹੈ 15500 ਮਾਈਨਸ 6000, ਇਹ ਆ ਗਿਆ 9500 kg ਪਰ ਮੀਟਰ ਸਕੁਅਰ। ਇਹ ਆ ਗਿਆ ਤੁਹਾਡੇ ਕੋਲ ਇਫੈਕਟਿਵ ਸਟ੍ਰੈਸ। ਉਸ ਤੋਂ ਬਾਅਦ ਇਹਦਾ ਡਾਇਗਰਾਮ ਇੱਦਾਂ ਬਣਾ ਦੇਣਾ, ਇਫੈਕਟਿਵ ਸਟ੍ਰੈਸ ਡਾਇਗਰਾਮ। ਏ ਤੇ 0 ਸੀਗਾ, ਫਿਰ ਬੀ ਤੇ ਕਿੰਨਾ ਆ ਗਿਆ 3500 ਔਰ ਸੀ ਤੇ ਕਿੰਨਾ ਆ ਗਿਆ 9500 kg ਪਰ ਮੀਟਰ ਸਕੁਅਰ। ਇਹ ਹੋ ਗਿਆ ਜੀ ਤੁਹਾਡਾ ਨੂਮੈਰੀਕਲ। ਹੁਣ ਬਿਲਕੁਲ ਇਹਦੇ ਸਿਮਿਲਰ ਹੀ ਆਪਾਂ ਇੱਕ ਹੋਰ ਨੂਮੈਰੀਕਲ ਕਰਨਾ। ਲਿਖਿਆ ਹੋਇਆ ਉਹਦੇ 'ਚ the soil profile is as shown in figure, calculate the total stress, effective stress and pore water pressure at various levels and draw its effective stress diagram। ਕਹਿੰਦਾ ਆ ਤੁਹਾਡੇ ਕੋਲ ਡਾਇਗਰਾਮ ਇਹਨਾਂ ਨੇ ਦਿੱਤਾ ਹੋਇਆ, ਠੀਕ ਹੈ। ਇਹਦੇ ਥਰੂ ਤੁਸੀਂ ਟੋਟਲ ਪ੍ਰੈਸ਼ਰ, ਟੋਟਲ ਸਟ੍ਰੈਸ, ਪੋਰ ਵਾਟਰ ਪ੍ਰੈਸ਼ਰ ਤੇ ਇਫੈਕਟਿਵ ਸਟ੍ਰੈਸ ਕੱਢਣਾ ਅਲੱਗ-ਅਲੱਗ ਲੈਵਲਸ ਤੇ। ਪਹਿਲਾਂ ਆਪਾਂ ਆ ਜਾਂਦੇ ਏ ਤੇ ਤਿੰਨੋਂ ਚੀਜ਼ਾਂ ਕੀ ਹੋਣਗੀਆਂ 0 ਕਿਉਂਕਿ ਉੱਪਰ ਕੋਈ ਪ੍ਰੈਸ਼ਰ ਨਹੀਂ ਲੱਗ ਰਿਹਾ। ਫਿਰ ਆ ਗਿਆ ਆਪਾਂ ਬੀ ਤੇ ਬੀ ਆ ਗਿਆ। ਬੀ ਤੇ ਕੀ ਹੈਗਾ ਸਿਗਮਾ,
2 × 1650 आ गया 3300। यू कितना आएगा 0 क्योंकि वाटर टेबल हैगा आ थल्ले। फिर सिग्मा डैश कितना आ जाएगा 3300 क्योंकि सिग्मा माइनस यू इज इक्वल टू सिग्मा डैश वो आ गया 3300 ਤੁਹਾਡਾ। फिर आ गया ਆਪਾਂ सी ਤੇ ਹੁਣ ਇੱਧਰ ਧਿਆਨ ਨਾਲ ਦੇਖਿਓ ਬੇਟੇ सी ਤੇ ਕੀ ਹੋਇਆ ਸਿਗਮਾ ਇਜ਼ ਇਕੁਅਲ ਟੂ 2 × 1650 ਠੀਕ ਹੈ ਇੱਥੋਂ 2 × 1650 ਪਲੱਸ ਆ ਹੁਣ ਦੇਖੋ B ਤੇ D ਦੇ ਵਿੱਚ 2 ਮੀਟਰ ਦਾ ਫਰਕ ਹੈ ਔਰ ਆਟੋਮੈਟਿਕਲੀ ਜਿਹੜਾ C ਹੈ ਉਹ ਹਾਫ ਤੇ ਹੈ। ਇਟ ਮੀਨਸ B ਤੇ C ਦੇ ਵਿੱਚ ਜਿਹੜਾ ਫਰਕ ਰਹਿ ਗਿਆ ਉਹ ਕਿੰਨਾ 1 ਮੀਟਰ ਦਾ ਰਹਿ ਗਿਆ। ਫਿਰ ਇੱਧਰ ਆਏਗਾ ਪਲੱਸ 1 × 1950 ਠੀਕ ਹੈ। ਇਹ ਆ ਗਿਆ ਤੁਹਾਡੇ ਕੋਲ ਸਿਗਮਾ 5250 kg/m²। ਯੂ ਕਿੰਨਾ ਆਏਗਾ 0 ਕਿਉਂਕਿ C ਤੋਂ ਥੱਲੇ ਹੈ ਵਾਟਰ ਟੇਬਲ ਉੱਪਰ ਨਹੀਂ ਹੈਗਾ। ਫਿਰ ਸਿਗਮਾ ਡੈਸ਼ ਕਿੰਨਾ ਆ ਜਾਏਗਾ 5250 ਆਟੋਮੈਟਿਕਲੀ ਠੀਕ ਹੈ ਜੀ। ਉਸ ਤੋਂ ਬਾਅਦ ਆ ਗਏ ਆਪਾਂ डी ਤੇ डी ਤੇ ਸਿਗਮਾ ਆਏਗਾ 2 × 1650 2 × 1650 ਪਲੱਸ 2 × ਆ ਦੇਖੋ ਹੁਣ डी ਤੇ ਕਿੰਨਾ ਆਏਗਾ 2 × 1950 ਇਹ ਆ ਗਿਆ 7200 kg/m²। ਫਿਰ ਆ ਗਿਆ ਯੂ ਹੁਣ ਦੇਖੋ ਆਪਣੇ ਕੋਲ डी ਤੇ ਜਿਹੜਾ ਆ डी ਵਾਟਰ ਟੇਬਲ ਤੋਂ ਥੱਲੇ ਹੈ। ਇਟ ਮੀਨਸ ਕੀ ਆਏਗਾ 1 × 1000 ਕੀ ਸੀਗਾ ਸਟੈਂਡਰਡ ਵੈਲਿਊ ਆਫ ओवर वाटर प्रेशर ठीक है जी। आ गया 1000 kg/m²। सिग्मा डैश ऑटोमैटिकली आएगा 7200 माइनस 1000 क्योंकि ये ਹੁਣ यू ਦੀ ਵੈਲਿਊ ਸਾਡੇ ਕੋਲ ਆ ਗਈ ਹੈ। ਇਹ ਆ ਗਿਆ 6200 kg/m² ਠੀਕ ਹੈ। ਇਹ ਆ ਗਿਆ ਤੁਹਾਡੇ ਕੋਲ डी। ਉਸ ਤੋਂ ਬਾਅਦ ਆ ਜਾਂਦਾ ਜੀ ਤੁਹਾਡੇ ਕੋਲ ਈ ਤੇ ਕੀ ਆਏਗਾ ਧਿਆਨ ਨਾਲ ਦੇਖੋ ਈ ਤੇ ਸਿਗਮਾ ਇਜ਼ ਇਕੁਅਲ ਟੂ 2 × 1650 प्लस 2 × 1950 प्लस 2 × 1900 आओ 2 × 1900 ये सारा कैलकुलेट करके आ गया 11000 kg/m²। यू की आएगा 3 × क्योंकि सी तो थल्ले 1 मीटर आ हो गया तो आ 2 1 + 2 कितना हो गया 3 × 1000 ये आ गया 3000 kg/m² यू। और सिग्मा डैश की आएगा 11000 माइनस 3000 इक्वल टू 8000 kg/m²। ਇਹ ਆ ਗਿਆ ਤੁਹਾਡੇ ਕੋਲ ਇਫੈਕਟਿਵ ਸਟ੍ਰੈਸ। ਹੁਣ ਇਹਦਾ ਡਾਇਗਰਾਮ ਕਿੱਦਾਂ ਬਣਾਵਾਂਗੇ ਆ 0 A ਤੇ 0 ਸੀਗਾ B ਤੇ 3300 ਹੋ ਗਿਆ C ਤੇ 5200 D ਤੇ 6200 ਔਰ E ਤੇ ਕਿੰਨਾ ਹੋ ਗਿਆ 8000। ਇਹ ਬਣ ਗਿਆ ਤੁਹਾਡਾ ਇਫੈਕਟਿਵ ਸਟ੍ਰੈਸ ਡਾਇਗਰਾਮ। ਥੈਂਕ ਯੂ ਸਟੂਡੈਂਟਸ। ਕੋਈ ਹੋਰ ਪ੍ਰੋਬਲਮ ਹੋਏਗੀ ਤੇ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ।